तोमर साहब कल की राज सभा के सैशन के कहते ने भी बहुत सारिया मीटिंगां हो गई किसानों के नाल, पर मैनू हजे तक वो समझाने च सफल नहीं हो पाए भी इन्हां कानूनों के विच काला की है। तोमर साहब अपने लियाओ सैकटरी नूं नाल, खेतीबाड़ी मिनिस्टर साहब आओ साडे नाल लाइव डिबेट करो, असीं तुहानूं दसदे इहदे विच की खामियां आ। ये जो सरकार ने मजबूर कर दिता आम लोगों नूं भी सड़कों ते निकल के अपना रोस प्रगट करिए। ਜਿਹੜੀ ਮਨੁਸਮ੍ਰਿਤੀ ਨੂੰ ਦੁਬਾਰਾ ਮੋਦੀ ਸਾਹਿਬ ਲਿਆਉਣਾ ਚਾਹੁੰਦੇ ਆ ਸੰਵਿਧਾਨ ਨੂੰ ਖਤਮ ਕਰਕੇ। ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਤੇ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ। ਇਹ ਗੱਲ ਗਲਤ ਹੈ ਕਿ ਭਾਰਤ ਸਰਕਾਰ ਇਸ ਦੇਸ਼ ਨੂੰ ਚਲਾ ਰਹੀ ਆ, ਉਹਨਾਂ ਦੇ ਪਿੱਛੇ ਜਿਹੜੀਆਂ ਏਜੰਸੀਆਂ ਜਿਨ੍ਹਾਂ ਕੋਲ ਇਹਨਾਂ ਨੇ ਪੈਸਾ ਲਿਆ ਆ ਉਹਨਾਂ ਦੇ ਬਿਹਾਵ ਤੇ ਇਹ ਸਾਰੇ ਕੰਮ ਕਰਦੇ ਪਏ ਆ। ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇਸ ਵੇਲੇ ਅੱਜ ਜਿੱਥੇ ਪੂਰਾ ਭਾਰਤ ਬੰਦ ਦੀ ਕਾਲ ਹੈਗੀ, ਸਾਡੇ ਨਾਲ ਇੱਥੇ ਕੁਝ ਵਕੀਲ ਸਾਹਿਬ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅੱਛਾ ਵਕੀਲ ਸਾਹਿਬ, ਧਰਨੇ ਪਹਿਲਾਂ ਵੀ ਬਹੁਤ ਹੋਏ, ਚੱਕੇ ਜਾਮ ਬਥੇਰੇ ਹੋਏ, ਅੱਜ ਦੇ ਚੱਕੇ ਜਾਮ 'ਚ ਕੀ ਖਾਸ ਹੈ? ਇਹ 2 ਮਹੀਨੇ ਤੋਂ ਉੱਪਰ ਹੋ ਗਏ ਆ, 26 ਨਵੰਬਰ ਤੋਂ ਸ਼ੁਰੂ ਹੋਇਆ ਆ। ਇਹ ਜੋ ਸਰਕਾਰ ਨੇ ਮਜਬੂਰ ਕਰ ਦਿੱਤਾ ਆਮ ਲੋਕਾਂ ਨੂੰ ਵੀ ਸੜਕਾਂ ਤੇ ਨਿਕਲ ਕੇ ਆਪਣਾ ਰੋਸ ਪ੍ਰਗਟ ਕਰੀਏ। ਇਹ ਬੜਾ ਮਹੱਤਵਪੂਰਨ ਅੱਜ ਦਾ ਜਿਹੜਾ 3 ਘੰਟੇ ਦਾ ਬੰਦ ਆ, ਕਿੰਨਾ ਲੋਕ ਸਹਿਯੋਗ ਕਰ ਰਹੇ ਆ, ਕਿੰਨਾ ਅਨੁਸ਼ਾਸਿਤ ਰਹਿ ਕੇ ਸਹਿਯੋਗ ਕਰ ਰਹੇ ਆ, ਕਮਾਲ ਦੀ ਗੱਲ ਆ। ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਅਜਿਹੇ ਇਕੱਠ ਨਹੀਂ ਕਈ ਵਾਰੀ ਹੁੰਦੇ। ਬੰਦ ਦੀਆਂ ਕਾਲਾਂ ਕਈ ਵਾਰੀ ਸਰਕਾਰ ਹੀ ਕਰਾ ਕਰੂ ਦਿੰਦੀ ਹੁੰਦੀ ਆ, ਲੇਕਿਨ ਇਹ ਲੋਕਾਂ ਦਾ ਆਮ ਮੁਹਾਰੇ ਦੇ ਵਿੱਚ ਸ਼ਾਮਲ ਹੋਣਾ ਜੋ ਇਹਨੇ 26 ਜਨਵਰੀ ਨੂੰ ਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀਂ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਉੱਥੇ ਲਾਲ ਕਿਲ੍ਹੇ ਨੂੰ ਖੁੱਲ੍ਹਾ ਛੱਡਿਆ। ਬੜੇ ਸਾਲਾਂ ਤੋਂ ਅਸੀਂ ਦਿੱਲੀ ਜਾਂਦੇ ਹਾਂ, ਲਾਲ ਕਿਲ੍ਹੇ 'ਤੇ ਵੀ ਜਾਂਦੇ ਹਾਂ, ਬੜਾ ਉੱਥੇ ਸਿਕਿਉਰਿਟੀ ਦਾ ਪ੍ਰਬੰਧ ਹੁੰਦਾ ਆ। ਸਿਕਿਉਰਿਟੀ ਦਾ ਪ੍ਰਬੰਧ ਹੁਣ ਵੀ ਸੀ। 25 ਰਾਤ ਨੂੰ ਚੱਕ ਲਿਆ, ਬੰਦੇ ਆਪਣੇ ਉੱਥੇ ਬਰਾੜ ਦਿੱਤੇ। ਜਿਹੜਾ ਦੀਪ ਸਿੱਧੂ ਮੋਟਰਸਾਈਕਲ 'ਤੇ ਜਾ ਕੇ ਪਹਿਲਾਂ ਹੀ ਉੱਥੇ ਬੰਦਿਆਂ ਤੋਂ ਪਹੁੰਚ ਜਾਂਦਾ ਝੰਡਾ ਲੈ ਕੇ। ਇਹ ਸਾਰਿਆਂ ਨੂੰ ਜੱਗ-ਜ਼ਾਹਰ ਹੋ ਗਿਆ ਆ। ਇਹ ਲੋਕਾਂ ਨੇ ਆਪਣਾ ਜਿਹੜਾ ਆ ਆਪਣਾ ਇਤਰਾਜ਼, ਆਪਣਾ ਜਿਹੜਾ ਗੁੱਸਾ ਜ਼ਾਹਰ ਕਰਨ ਲਈ ਅੱਜ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠ ਵਿੱਚ ਜਿਹੜੇ 3 ਘੰਟੇ ਦਾ ਬੰਦ ਆ ਉਹ ਹੋਏ ਆ। ਔਰ ਸੱਚੀ ਮੁੱਚੀ ਆ ਬਈ ਇਹਨੂੰ ਬਹੁਤ ਸਾਰੀਆਂ ਜਥੇਬੰਦੀਆਂ ਜਿਹਨੂੰ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਦਿੱਤਾ ਗਿਆ ਆ, ਉਹਨਾਂ ਦੇ ਸੱਦੇ 'ਤੇ ਹੋਇਆ। 12 ਵਜੇ ਤੋਂ ਪਹਿਲਾਂ ਕੋਈ ਗੜਬੜ ਨਹੀਂ ਸੀ। 12 ਵਜੇ ਆ ਬਿਲਕੁਲ ਇੱਥੇ ਜਿਹੜਾ ਇਕੱਠ ਹੋਇਆ ਡਿਸਿਪਲਿਨ ਦੇ ਵਿੱਚ, ਔਰ 3 ਵਜੇ ਸਾਰੀ ਮੇਰਾ ਖਿਆਲ ਇਹ ਖਤਮ ਵੀ ਹੋ ਜਾਊਗਾ। ਅੱਛਾ ਕਾਨੂੰਨ ਦੇ ਮਾਹਿਰ ਹੋ ਤੁਸੀਂ। ਤੋਮਰ ਸਾਹਿਬ ਕੱਲ ਦੀ ਰਾਜ ਸਭਾ ਦੇ ਸੈਸ਼ਨ ਦੇ ਵਿੱਚ ਕਹਿੰਦੇ ਨੇ ਵੀ ਬਹੁਤ ਸਾਰੀਆਂ ਮੀਟਿੰਗਾਂ ਹੋ ਗਈਆਂ ਕਿਸਾਨਾਂ ਦੇ ਨਾਲ, ਪਰ ਮੈਨੂੰ ਹਜੇ ਤੱਕ ਉਹ ਸਮਝਾਉਣ 'ਚ ਸਫਲ ਨਹੀਂ ਹੋ ਪਾਏ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। ਮੈਂ ਵੀ ਤੋਮਰ ਸਾਹਿਬ ਨੂੰ ਸੁਣ ਰਿਹਾ ਸੀ, ਬੜਾ ਝੂਠ ਬੋਲ ਰਿਹਾ ਮੰਤਰੀ, ਸਾਡਾ ਖੇਤੀਬਾੜੀ ਮੰਤਰੀ। ਕਹਿੰਦਾ ਕਾਨੂੰਨ ਕਾਲੇ ਕਹੀ ਜਾਂਦੇ ਆ, ਕਹੀ ਜਾਂਦੇ ਕਾਨੂੰਨਾਂ ਵਿੱਚ ਦੋਸ਼ ਆ। ਮੈਨੂੰ ਤਾਂ ਅਜੇ ਤੱਕ ਕਿਸੇ ਵਿਰੋਧੀ ਪਾਰਟੀ ਨੇ ਜਾਂ ਕਿਸਾਨਾਂ ਨੇ ਦੱਸਿਆ ਨਹੀਂ। ਮੈਂ ਤੋਮਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਆ, ਜਿਹੜੀ ਤੁਸੀਂ 90% ਦੀ ਅਮੈਂਡਮੈਂਟ ਕਰਨਾ ਚਾਹੁੰਦੇ ਆ, ਉਹ ਤੁਹਾਨੂੰ ਕਿਹਨੇ ਦੱਸਿਆ ਵੀ ਇਹ 90% ਦੀ ਗਲਤ ਹੈਗੀ ਆ? ਉਹ ਕਿਸਾਨਾਂ ਨੇ ਦੱਸਿਆ, ਭਾਈ ਵਕੀਲਾਂ ਨੇ ਦੱਸਿਆ, ਤੁਹਾਨੂੰ ਲੋਕਾਂ ਨੇ ਦੱਸਿਆ ਵੀ ਆਹ 90% ਦੀ ਗਲਤ ਆ। ਤੁਸੀਂ ਰਾਜ ਸਭਾ ਦੇ ਵਿੱਚ ਤੁਸੀਂ ਭਾਸ਼ਣ ਕਰ ਰਹੇ ਆ ਵੀ ਅਸੀਂ ਇਹ ਮਤਲਬ ਸਾਨੂੰ ਪਤਾ ਹੀ ਨਹੀਂ ਹੈਗਾ ਇਹਦੇ ਵਿੱਚ ਕੀ ਘਾਟ ਹੈਗੀ ਆ। ਭਾਈ ਜੇ ਘਾਟ ਹੈ ਨਹੀਂ ਗੀ ਤਾਂ ਤੁਸੀਂ 90% ਦੀ ਕਿਉਂ ਮੰਨਣ ਡਏ ਆ ਵੀ ਅਸੀਂ ਕਰ ਦੇਵਾਂਗੇ? ਦੂਸਰੀ ਗੱਲ, ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਆ, ਤੋਮਰ ਸਾਹਿਬ ਆਪਣੇ ਲਿਆਓ ਸੈਕਟਰੀ ਨੂੰ ਨਾਲ, ਖੇਤੀਬਾੜੀ ਮਿਨਿਸਟਰ ਸਾਹਿਬ ਆਓ ਸਾਡੇ ਨਾਲ ਲਾਈਵ ਡਿਬੇਟ ਕਰੋ, ਅਸੀਂ ਤੁਹਾਨੂੰ ਦੱਸਦੇ ਇਹਦੇ ਵਿੱਚ ਕੀ ਖਾਮੀਆਂ ਆ। ਕਿਸਾਨ ਜਥੇਬੰਦੀਆਂ ਦੀ ਪਹਿਲਾਂ ਵੀ ਇਹ ਮੰਗ ਰਹੀ ਆ ਵੀ ਸਾਡੀ ਵਾਰਤਾ ਨੂੰ ਜਿਹੜਾ ਉਹ ਲਾਈਵ ਟੈਲੀਕਾਸਟ ਕੀਤਾ ਜਾਵੇ, ਸੱਚ ਦਾ ਸੱਚ, ਝੂਠ ਦਾ ਝੂਠ ਆ ਜਾਵੇ। ਹਰ ਗੱਲ ਦਾ ਕਿਸਾਨਾਂ ਨੂੰ ਪਤਾ ਆ। ਅਸੀਂ ਜਦੋਂ ਪਹਿਲੀ ਦਫਾ ਇੱਥੋਂ ਵਕੀਲਾਂ ਦਾ ਲੈ ਕੇ ਗਏ ਇਕੱਠ, ਸਾਡੇ ਪ੍ਰਧਾਨ ਜੀ ਨੇ ਬੋਲਣਾ ਸੀਗਾ, ਮੈਨੂੰ ਉੱਥੇ ਜਥੇਬੰਦੀ ਦੇ ਲੀਡਰਾਂ ਨੇ ਕਿਹਾ, ਕਹਿੰਦੇ ਗੱਲ ਤੁਸੀਂ ਉਨੀ ਕਰਨੀ ਹੈਗੀ ਆ ਵੀ ਜਿਹਨਾਂ ਤੁਹਾਡਾ ਇਹ ਆ ਜਾਵੇ ਮੈਸੇਜ ਵੀ ਤੁਸੀਂ ਸਾਡੀ ਸਪੋਰਟ 'ਤੇ ਆਏ ਆ, ਕਾਨੂੰਨਾਂ ਬਾਰੇ ਚਾਨਣਾ ਨਾ ਪਾਇਓ। ਇਹ ਸਾਰੀ ਜਨਤਾ ਜਿਹੜੀ ਆ ਨਾ, ਇਹ ਮਹੀਨਿਆਂ ਬੱਧੀ ਕਾਨੂੰਨਾਂ ਨੂੰ ਪੜ੍ਹ ਕੇ ਇੱਥੇ ਪਹੁੰਚੀ ਆ, ਉਹਨਾਂ ਨੂੰ ਖਾਮੀਆਂ ਦਾ ਪਤਾ ਆ। ਅਸੀਂ ਵੀ ਉਸ ਲਾਈਨ 'ਤੇ ਜਿਹੜਾ ਸਾਡੇ ਪ੍ਰਧਾਨ ਜੀ ਨੇ ਬੋਲਿਆ, ਉਹਨੇ ਇਹੀ ਕਿਹਾ ਵੀ ਵਕੀਲ ਜਿਹੜੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਕਿਸਾਨਾਂ ਦੇ ਨਾਲ ਆ। ਹੁਣ ਵੀ ਅਸੀਂ ਕਹਿੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ, ਅਸੀਂ ਅਗਲੇ ਹਫ਼ਤੇ ਜਾ ਰਹੇ ਹਾਂ ਵਕੀਲਾਂ ਦੀ ਇੱਕ ਟੀਮ ਲੈ ਕੇ, ਜਿਹੜੇ ਸਾਡੇ ਕਿਸਾਨ ਭਰਾਵਾਂ 'ਤੇ ਝੂਠੇ ਪਰਚੇ ਦਰਜ ਕੀਤੇ ਗਏ 26 ਜਨਵਰੀ ਨੂੰ ਜਾਂ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ, ਅਸੀਂ ਉਹਨਾਂ ਦੀ ਫ੍ਰੀ ਆਫ ਕਾਸਟ ਉੱਥੇ ਰਹਿ ਕੇ ਦਿੱਲੀ ਦੇ ਥਾਣਿਆਂ 'ਚ ਜਾਣਾ ਪਵੇ, ਦਿੱਲੀ ਦੀਆਂ ਜੇਲ੍ਹਾਂ 'ਚ ਜਾਣਾ ਪਵੇ, ਦਿੱਲੀ ਦੀਆਂ ਅਦਾਲਤਾਂ ਵਿੱਚ ਜਾਣਾ ਪਵੇ, ਜਾ ਕੇ ਅਸੀਂ ਉਹਨਾਂ ਦੀ ਮਦਦ ਕਰਾਂਗੇ, ਆਪਣੇ ਕਿਸਾਨ ਵੀਰਾਂ ਨੂੰ ਰਿਹਾ ਕਰਾਵਾਂਗੇ। ਸੁਪਰੀਮ ਕੋਰਟ ਦੇ ਰੋਲ ਨੂੰ ਕਿਵੇਂ ਸਮਝ ਰਹੇ ਹੋ ਇਸ ਧਰਨੇ ਦੇ ਵਿੱਚ? ਦੇਖੋ ਜੀ, ਵੈਸੇ ਤਾਂ ਸਾਡਾ ਮੁਲਕ ਜਿਹੜਾ ਲੋਕਤੰਤਰਿਕ ਮੁਲਕ ਆ, ਜਦੋਂ ਵੀ ਕਿਤੇ ਕੋਈ ਅਣਹੋਣੀ ਹੁੰਦੀ ਹੈ ਜਾਂ ਸਰਕਾਰ ਕੋਈ ਕੰਮ ਨਹੀਂ ਕਰਦੀ ਤੇ ਇੱਕ ਸੂਓ ਮੋਟੋ ਨਾਮ ਦੀ ਪ੍ਰੋਵੀਜ਼ਨ ਹੈਗੀ ਆ। ਜਦੋਂ ਸੁਪਰੀਮ ਕੋਰਟ ਦੇਖ ਲੈਂਦੀ ਹੈ ਵੀ ਕੋਈ ਲੋਕ ਸੁਖਾਵੀਆਂ ਗੱਲਾਂ ਨਹੀਂ ਹੋ ਰਹੀਆਂ ਤੇ ਲੋਕ ਮਾਰੂ ਕੰਮ ਹੋ ਰਹੇ ਆ, ਉਹਨਾਂ ਨੀਤੀਆਂ ਦੇ ਲਈ ਸੁਪਰੀਮ ਕੋਰਟ ਆਪਣੇ ਆਪ ਸੂਓ ਮੋਟੋ ਐਕਸ਼ਨ ਲੈਂਦੀ ਆ। ਪਰ
ਆ ਜਿਹੜੀ ਹੈਗੀ ਖੇਤੀਬਾੜੀ ਕਾਨੂੰਨਾਂ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਨੇ ਆਪਣਾ ਜਿਹੜਾ ਆ ਪੱਖ ਨਹੀਂ ਰੱਖਿਆ। ਸੁਪਰੀਮ ਕੋਰਟ ਨੇ ਸਰਕਾਰ, ਇਹਨੂੰ ਆਪਾਂ ਪ੍ਰੋ ਗਵਰਨਮੈਂਟ ਡਿਸੀਜਨ ਕਹਿੰਦੇ ਆ, ਉਹਨੇ ਪ੍ਰੋ ਗਵਰਨਮੈਂਟ ਹੁੰਦੇ ਹੋਏ ਉਹਨੇ ਆਪਣਾ ਕਦੇ ਵੀ ਸੂਓ ਮੋਟੋ ਐਕਸ਼ਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਆਪਾਂ ਨੂੰ ਨਿਖੇਧੀਯੋਗ ਹੀ ਡਿਸੀਜਨ ਕਿਹਾ ਜਾਵੇਗਾ ਸੁਪਰੀਮ ਕੋਰਟ ਦਾ। ਤੁਹਾਨੂੰ ਨਹੀਂ ਲੱਗਦਾ ਸੁਪਰੀਮ ਕੋਰਟ ਨੂੰ ਇੱਕ ਫੇਅਰ ਡਿਸੀਜਨ ਮੂਹਰੇ ਰੱਖ ਕੇ ਚੱਲਣਾ ਚਾਹੀਦਾ ਸੀਗਾ? ਦੇਖੋ ਅਸੀਂ ਜਦੋਂ ਛੋਟੇ ਹੁੰਦੇ ਸੀ ਪੜ੍ਹਦੇ ਸੀਗੇ ਕਿ ਪੰਚ ਪਰਮੇਸ਼ਵਰ ਨਾਂ ਦੀ ਕਹਾਣੀ ਹੁੰਦੀ ਆ, ਬਈ ਜਿਹੜੇ ਜਸਟਿਸ ਦੀ ਸੀਟ ਤੇ ਬੈਠ ਜਾਂਦਾ ਉਹਨੂੰ ਗੋਡ ਦਾ ਡਿਸੀਜਨ ਕਿਹਾ ਜਾਂਦਾ ਆ। ਅਸੀਂ ਜਸਟਿਸ ਵੀ ਤਾਂ ਹੀ ਕਹਿੰਦੇ ਆ, ਮਾਈ ਲਾਰਡਸ਼ਿਪ ਵੀ ਤਾਂ ਹੀ ਕਹਿੰਦੇ, ਯੂਅਰ ਆਨਰਸ ਵੀ ਤਾਂ ਹੀ ਕਹਿੰਦੇ ਆ ਵੀ ਇਹਨਾਂ ਦਾ ਜਿਹੜਾ ਜਸਟਿਸ ਕਰਨ ਦਾ ਤਰੀਕਾ ਜੋ ਨਿਆਂ ਆ ਉਹ ਗੋਡ ਦੇ ਬਰਾਬਰ ਹੁੰਦਾ ਆ। ਪਰ ਅੱਜ ਦਾ ਜੋ ਸਮਾਂ ਆ ਇਹ ਸਰਕਾਰ ਦੇ ਹੱਕ 'ਚ ਉਤਰਦਾ ਆ। ਇਹਨਾਂ ਦਾ ਜਿਹੜਾ ਨਿਤਾਰਾ ਆ ਇਹ ਸਾਰਾ ਦਾ ਸਾਰਾ ਹੀ ਜੋ ਸਰਕਾਰਾਂ ਦੇ ਮਤਲਬ ਕਿ ਫੇਵਰ 'ਚ ਜਾਂਦਾ ਆ ਤੇ ਲੋਕ ਹਿੱਤਾਂ ਵਿੱਚ ਨਹੀਂ ਜਾਂਦਾ। ਤਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਤੇ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ। 100 ਤੋਂ ਵੱਧ ਕਿਸਾਨ ਜਿਹੜੇ ਹੈਗੇ ਸ਼ਹੀਦ ਹੋ ਚੁੱਕੇ ਨੇ। ਬਾਹਰਲੀ ਕੰਟਰੀ 'ਚ ਜੇ ਕੋਈ ਮਰਦਾ ਆ ਤਾਂ ਮੋਦੀ ਸਾਹਿਬ ਉਹਦੇ ਲਈ ਤਾਂ ਹੁੰਗਾਰਾ ਦਿੰਦੇ ਨੇ, ਦੁੱਖ ਪ੍ਰਗਟ ਕਰਦੇ ਨੇ, ਪਰ ਕਿਸਾਨਾਂ ਲਈ ਕੁਝ ਨਹੀਂ ਹੈਗਾ ਉਹਨਾਂ ਦੇ ਬੱਲੇ। ਮੈਂ ਸਭ ਤੋਂ ਪਹਿਲਾਂ ਤਾਂ ਉਹ ਕਿਸਾਨ ਜਿਹੜੇ ਕਿ ਕਿਸਾਨ ਜਾਂ ਮਜ਼ਦੂਰ ਜਿਹੜੇ ਵੀ ਇਸ ਮਿਸ਼ਨ ਦੇ ਵਿੱਚ ਸ਼ਹੀਦ ਹੋਏ ਨੇ, ਮੈਂ ਉਹਨਾਂ ਨੂੰ ਦਿਲੋਂ ਸਲੂਟ ਕਰਦਾ ਹਾਂ, ਉਹਨਾਂ ਨੂੰ ਪ੍ਰਣਾਮ ਕਰਦਾ ਹਾਂ। ਔਰ ਜਿਹੜੀ ਗੱਲ ਹੈਗੀ ਆ ਕਾਨੂੰਨਾਂ ਦੀ, ਕਾਨੂੰਨ ਜਿਹੜੇ ਸੰਵਿਧਾਨ ਬਣਨ ਤੋਂ ਪਹਿਲਾਂ ਵੀ ਐਦਾਂ ਦੇ ਕਾਲੇ ਕਾਨੂੰਨ ਦੇਸ਼ ਵਿੱਚ ਚੱਲਦੇ ਸੀ ਜਿਵੇਂ ਕਿ ਆਮ ਜਨਤਾ ਨੂੰ ਪ੍ਰਤਾੜਿਤ ਕੀਤਾ ਜਾਂਦਾ ਸੀ। ਔਰ ਉਹੀ ਜਿਹੜੀ ਮਨੂ ਸਮ੍ਰਿਤੀ ਨੂੰ ਦੁਬਾਰਾ ਮੋਦੀ ਸਾਹਿਬ ਲਿਆਉਣਾ ਚਾਹੁੰਦੇ ਆ ਸੰਵਿਧਾਨ ਨੂੰ ਖਤਮ ਕਰਕੇ। ਸੋ ਇਹ ਡਿਕਟੇਟਰਸ਼ਿਪ ਇੱਕ ਦੇਸ਼ ਦੇ ਵਿੱਚ ਚੱਲਦੀ ਹੈ ਪਈ ਆ, ਜਿਹੜਾ ਕਿ ਉਹ ਦੇਖੋ ਆਮ ਜਨਤਾ ਦੀ ਗੱਲ ਕਿੰਨੀ ਦੁਨੀਆ ਜਿਹੜੀ ਇਕੱਠੀ ਹੋ ਕੇ ਇਸ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੀ ਆ, ਪਰ ਉਹਨਾਂ ਨੂੰ ਕੋਈ ਵੀ ਅੱਜ ਮੰਨ ਨਹੀਂ ਰਿਹਾ। ਸਰਕਾਰ ਉਹਨਾਂ ਦੇ ਖਿਲਾਫ ਹੀ ਕੰਮ ਕਰਦੀ ਪਈ ਆ। ਔਰ ਇੱਦਾਂ ਦੀ ਸਥਿਤੀ ਬਣਾ ਦਿੱਤੀ ਗਈ ਦੇਸ਼ ਦੇ ਵਿੱਚ ਜਿਵੇਂ ਕਿ ਇੱਕ ਬਾਰਡਰ ਦੇ ਉੱਤੇ ਜੰਗ ਦਾ ਮੈਦਾਨ ਹੋਵੇ। ਉਹਨਾਂ ਦੇ ਲਈ ਕੰਧਾਂ ਵੱਡੀਆਂ ਕਰ ਦਿੱਤੀਆਂ ਜਾਂਦੀਆਂ ਹੈਗੀਆਂ, ਰਾਸਤੇ ਦੇ ਵਿੱਚ ਸੂਏ ਲਾ ਦਿੱਤੇ ਜਾਂਦੇ ਹੈ ਜਿਵੇਂ ਕਿ ਉਹ ਇੱਕ ਹੋਰ ਕੰਟਰੀ ਦੇ ਲੋਕ ਹੋਣ ਕਿ ਇਸ ਦੇਸ਼ 'ਤੇ ਹਮਲਾ ਕਰਨਾ। ਕਿ ਪਹਿਲਾਂ ਜਦੋਂ ਹਮਲੇ ਹੁੰਦੇ ਸੀ ਇੱਦਾਂ ਕਬੀਲਾ ਸਿਸਟਮ ਸੀਗਾ ਜਾਂ ਇੱਕ ਸਟੇਟਾਂ ਦੇ ਵਿੱਚ ਅਲੱਗ-ਅਲੱਗ ਸਟੇਟ ਸੀਗੀਆਂ, ਉਹ ਜਿਹੜੇ ਹਮਲੇ ਇੱਦਾਂ ਹੁੰਦੇ ਸੀਗੇ ਉਦੋਂ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਸੀ। ਔਰ ਆਪਣੇ ਹੀ ਲੋਕਾਂ ਨੂੰ ਦੇਖੋ ਪ੍ਰੋਟੈਸਟ ਨਹੀਂ ਕੀਤਾ ਜਾਂਦਾ, ਜਿਹੜਾ ਕਿ ਸੰਵਿਧਾਨਕ ਉਹਨਾਂ ਦਾ ਹੱਕ ਹੈ। ਔਰ ਇਹ ਸੰਵਿਧਾਨ ਨੂੰ ਖਤਮ ਕਰਨ ਦੀਆਂ ਇੱਕ ਨੀਤੀਆਂ ਹੈਗੀਆਂ, ਏਜੰਸੀਆਂ ਇਸ ਦੇਸ਼ ਨੂੰ ਚਲਾ ਰਹੀਆਂ ਆ। ਔਰ ਇਹ ਗੱਲ ਗਲਤ ਹੈ ਕਿ ਭਾਰਤ ਸਰਕਾਰ ਇਸ ਦੇਸ਼ ਨੂੰ ਚਲਾ ਰਹੀ ਆ। ਉਹਨਾਂ ਦੇ ਪਿੱਛੇ ਜਿਹੜੀਆਂ ਏਜੰਸੀਆਂ ਜਿਨ੍ਹਾਂ ਕੋਲ ਇਹਨਾਂ ਨੇ ਪੈਸਾ ਲਿਆ ਆ, ਉਹਨਾਂ ਦੇ ਬਿਹਾਵ ਤੇ ਇਹ ਸਾਰੇ ਕੰਮ ਕਰਦੇ ਪਏ ਆ ਜਿਹੜੇ ਕਿ ਆਮ ਜਨਤਾ ਦੇ ਖਿਲਾਫ ਨੇ। ਬਿਲਕੁਲ ਸਾਡਾ ਸੰਵਿਧਾਨ ਕਹਿੰਦਾ ਕਿ ਜਿਹੜਾ ਕਾਨੂੰਨ ਲੋਕਾਂ ਦੇ ਹੱਕ ਵਿੱਚ ਨਹੀਂ ਹੈ ਉਹ ਉਸੇ ਦਿਨ ਤੋਂ ਨਲ ਐਂਡ ਵਾਈਡ ਹੈ। ਲੇਕਿਨ ਇਹ ਸਰਕਾਰ ਇੰਨੀ ਬੇਸ਼ਰਮ ਸਰਕਾਰ ਹੈ ਕਿ ਇਹ ਆਮ ਜਨਤਾ ਦੀ ਗੱਲ ਸੁਣੀ ਨਹੀਂ ਰਹੀ। ਸਰਕਾਰ ਜਿਹੜੀ ਬਣਾਈ ਜਾਂਦੀ ਆ ਵੋਟਾਂ ਦੁਆਰਾ, ਲੋਕਾਂ ਦੇ ਲਈ ਹੁੰਦੀ ਆ, ਪਰ ਇਹ ਲੋਕਾਂ ਦੇ ਲਈ ਸਰਕਾਰ ਨਹੀਂ ਹੈ, ਲੋਕਾਂ ਦੇ ਵਿਰੋਧੀ ਕੰਮ ਕਰਦੀ ਹੈ। ਸੋ ਜੈ ਭੀਮ, ਜੈ ਭਾਰਤ। ਮੋਦੀ ਸਾਹਿਬ ਨੇ ਇੱਕ ਨਾਰਾ ਦਿੱਤਾ ਸੀਗਾ, ਵਨ ਨੇਸ਼ਨ ਵਨ ਇਲੈਕਸ਼ਨ। ਕਿੰਨਾ ਕੁ ਸਾਰਥਕ ਸਮਝਦੇ ਹੋ ਉਹਨੂੰ? ਸਹੀ ਹੈ ਜਾਂ ਗਲਤ ਹੈ? ਬਿਲਕੁਲ ਗਲਤ ਆ। ਇਹ ਇਲੈਕਸ਼ਨ ਤੇ ਕਰੋੜਾਂ ਰੁਪਏ ਖਰਚ ਆਉਂਦੇ ਆ। ਜਿੱਥੇ ਹੁਣ ਸਰਕਾਰ ਹਜੇ ਹੁਣ ਬਣੀ ਆ ਬਿਹਾਰ ਦੇ ਵਿੱਚ, ਪਿਛਲੇ ਸਾਲ ਸਰਕਾਰ ਬਣੀ ਆ, ਤੁਸੀਂ ਕੱਲ੍ਹ ਨੂੰ ਕਹੋ ਜੀ ਬਿਹਾਰ ਵਾਲੇ ਵੀ ਅਸੈਂਬਲੀ ਭੰਗ ਕਰ ਦਿਓ ਤੇ ਦੁਬਾਰਾ ਕਰਾ ਲਈਏ ਇਲੈਕਸ਼ਨ, ਇਹ ਕਿੱਦਾਂ ਹੋ ਸਕਦਾ? ਨਾਟ ਪੋਸੀਬਲ। ਪਹਿਲੀ ਗੱਲ ਇਹ ਪੋਸੀਬਲ ਨਹੀਂ ਹੈਗਾ। ਦੂਸਰਾ ਇਹ ਨਾਰਾ ਹੀ ਗਲਤ ਹੈਗਾ ਆ। ਸਰਕਾਰਾਂ ਜਿਸ ਸਮੇਂ 'ਤੇ ਉਹਨਾਂ ਦੀ ਮਿਆਦਾਂ ਪੂਰੀਆਂ ਹੁੰਦੀਆਂ ਉਸ ਹਿਸਾਬ ਦੇ ਨਾਲ ਉਹ ਹੋਣੇ ਚਾਹੀਦੇ ਹੈਗੇ ਆ। ਦੂਸਰੀ ਗੱਲ ਹੈਗੀ ਆ, ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨਾ, ਉਹ ਹਮੇਸ਼ਾ ਸਥਾਨਕ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹੈਗੀਆਂ। ਜਦੋਂ ਤੁਸੀਂ ਪਾਰਲੀਮੈਂਟ ਦੀ ਤੇ ਦੂਸਰੀ ਇਲੈਕਸ਼ਨ ਇਕੱਠੀ ਰੱਖੋਗੇ, ਉਦੋਂ ਜਿਹੜੇ ਆ ਬਹੁਤ ਸਾਰੇ ਗਲਤ ਆਨਸਰ ਜਿਹੜੇ ਆ ਉਹ ਤੁਹਾਡੀਆਂ ਵਿਧਾਨ ਸਭਾ ਵਿੱਚ ਪਹੁੰਚ ਸਕਦੇ ਆ। ਕਿਉਂਕਿ ਉਦੋਂ ਇੱਕ ਰੋਲ ਖਾਸ ਹੁੰਦਾ ਆ ਮੀਡੀਆ ਦਾ। ਜਦੋਂ ਇੱਕ ਰਾਸ਼ਟਰ ਦੀ ਤੁਸੀਂ ਇੱਕ ਚੋਣ ਦੀ ਗੱਲ ਕਰਦੇ ਨਾ, ਜਦੋਂ ਉਹ ਰੋਲ ਹੁੰਦਾ ਆ, ਇਸ ਕਰਕੇ ਕਈ ਵਾਰੀ ਉਹ ਸਥਾਨਕ ਮੁੱਦੇ ਫਿਰ ਰਹਿ ਜਾਇਆ ਕਰਨਗੇ ਹਮੇਸ਼ਾ ਦੇ ਲਈ ਜੇ ਤੁਸੀਂ ਇੱਦਾਂ ਕਰੋਗੇ। ਇਸ ਕਰਕੇ ਵਿਧਾਨ ਸਭਾ ਅਲੱਗ, ਜਦੋਂ ਜਿਹਦੀ ਟਨਿਓਰ ਹੈਗੀ ਆ ਉਹਦੇ ਹਿਸਾਬ ਨਾਲ ਇਲੈਕਸ਼ਨ ਹੋਣੀ ਚਾਹੀਦੀ ਹੈ। ਨਾਰਾ ਬਿਲਕੁਲ ਗਲਤ ਹੈਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀਗੇ ਵਕੀਲ ਸਾਹਿਬਾਨ ਜਿਨ੍ਹਾਂ ਦਾ ਕਹਿਣਾ ਆ ਕਿ ਇਹ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਕਿਸਾਨ ਆਪਣੇ ਵੀਰ, ਜਿਹੜੇ ਪੰਜਾਬੀ ਵੀਰ ਜਾਂ ਹੋਰ ਕਿਸੇ ਵੀ ਥਾਂ ਦੇ ਉਹ ਕਿਸਾਨ ਹੋਣ ਜਿਹੜੇ ਦਿੱਲੀ ਵਿਖੇ ਸਰਕਾਰ ਵੱਲੋਂ ਅਰੈਸਟ ਕੀਤੇ ਗਏ ਨੇ 26 ਦਾ ਸਾਕਾ ਕਹਿ ਕੇ, ਉਹਨਾਂ ਨੂੰ ਛਡਾਉਣ ਲਈ ਇਹ ਪੂਰਾ ਜ਼ੋਰ ਲਗਾਉਣਗੇ, ਜਿੱਥੇ ਤੱਕ ਪਹੁੰਚ ਹੋ ਸਕੇਗੀ ਲਗਾਉਣਗੇ ਔਰ ਉਹਨਾਂ ਨੂੰ ਛਡਾ ਕੇ ਬਾਹਰ ਲੈ ਕੇ ਆਉਣਗੇ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ ਸਾਂਝਾ ਮੁੱਦਾ। ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ। ਦੋਸਤੋ, ਜੇ ਤੁਸੀਂ ਸੱਚ ਦੀ ਆਵਾਜ਼ ਨੂੰ ਸੁਣਨਾ ਤੇ ਹਮੇਸ਼ਾ ਯਾਦ ਰੱਖੋ, ਹੱਕ ਸੱਚ ਦਾ ਸਾਂਝਾ ਮੁਹਾਜ਼, ਸਾਂਝਾ ਮੁੱਦਾ। ਇਹ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ
ਔਰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰਿੰਗ ਕਰਨਾ, ਕਿਉਂਕਿ ਇਹ ਵਾਕਿਆ ਹੱਕ ਸੱਚ ਦੀ ਆਵਾਜ਼ ਹੈ।